Hello everyone, welcome to Brilliance tutorial classes. ਹਾਂਜੀ ਆਪਾਂ ਐਗਰੀਕਲਚਰ ਕਰ ਰਹੇ ਸੀ ਅੱਜ ਮੈਂ ਦੀ ਸੈਕਿੰਡ ਜਿਹੜੀ ਵੀਡੀਓ ਹੈ ਲੈ ਕੇ ਆਈ ਹਾਂ ਕਿਉਂਕਿ ਐਗਰੀਕਲਚਰ ਦਾ ਪੋਰਸ਼ਨ ਤੁਹਾਡੇ ਪੰਜਾਬ ਪਟਵਾਰੀ ਦੇ ਐਗਜ਼ਾਮ ਦੇ ਵਿੱਚ ਆਉਣਾ ਹੈ ਪਟਵਾਰੀ ਦਾ ਐਗਜ਼ਾਮ ਦੇਖੋ 1.5 ਮੰਥ ਦੇ ਵਿੱਚ ਹੋਣ ਦੇ ਚਾਂਸਸ ਨੇ ਕਿਉਂਕਿ ਕੋਵਿਡ ਦੇ ਵੀ ਕਾਫੀ ਕੇਸਿਸ ਨੇ ਵੱਧ ਰਹੇ ਨੇ ਤੇ ਇਸ ਕਰਕੇ ਤੁਸੀਂ ਘਰ ਬੈਠੇ ਪ੍ਰੈਪਰੇਸ਼ਨ ਕਰ ਸਕਦੇ ਹੋ ਵੀਡੀਓਜ਼ ਨੂੰ ਦੇਖ ਸਕਦੇ ਹੋ ਹਾਂਜੀ ਸਭ ਤੋਂ ਪਹਿਲਾਂ ਇਸ ਚੈਨਲ ਨੂੰ ਕੀ ਹੈ ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ ਕਰ ਦਿਓ ਇਸ ਚੈਨਲ ਨੂੰ ਕੀ ਹੈ ਸਬਸਕ੍ਰਾਈਬ ਕਰ ਦਿਓ ਐਂਡ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤਾਂ ਜੋ ਐਗਰੀਕਲਚਰ ਹਰ ਕੋਈ ਕਰ ਸਕੇ ਠੀਕ ਹੈ ਪੋਰਸ਼ਨ ਜਿਹੜਾ ਹੈਗਾ ਐਗਰੀਕਲਚਰ ਦਾ ਮੈਂ ਕਵਰ ਕਰੂੰਗੀ ਸਾਰਾ ਹੀ ਦੇਖੋ ਫਰਸਟ ਹੈ ਪ੍ਰੋਡਕਸ਼ਨ ਠੀਕ ਹੈ ਫਰਸਟ ਵੀਡੀਓ ਤੁਸੀਂ ਮੇਰੀ ਦੇਖ ਸਕਦੇ ਹੋ ਉਹਦਾ ਲਿੰਕ ਮੈਂ ਇਸ ਵੀਡੀਓ ਦੇ ਨਾਲ ਵੀ ਦੇ ਦੂੰਗੀ ਤੁਸੀਂ ਫਰਸਟ ਪਾਰਟ ਹੈ ਜਿਹੜਾ ਉਹ ਦੇਖ ਸਕਦੇ ਹੋ ਇਹ ਕੀ ਹੈ ਸੈਕਿੰਡ ਪਾਰਟ ਹੈ ਠੀਕ ਹੈ ਨੈਕਸਟ ਕੀ ਆਪਾਂ ਪ੍ਰੋਡਕਸ਼ਨ ਕਰਨੀ ਹੈ ਇੰਡੀਆ ਦੇ ਵਿੱਚ ਕਿੰਨੀ ਪ੍ਰੋਡਕਸ਼ਨ ਹੈ ਦ ਟੋਟਲ ਫੂਡ ਗ੍ਰੇਨ ਪ੍ਰੋਡਕਸ਼ਨ ਡਿਊਰਿੰਗ ਦ ਲਾਸਟ ਫਿਊ ਇਅਰਸ ਦਾ ਆਪਾਂ ਰਿਕਾਰਡ ਦੇਖਦੇ ਹਾਂ ਕਿ ਕਿੰਨੀ ਪ੍ਰੋਡਕਸ਼ਨ ਹੋਈ ਸੀ ਦੇਖੋ 51 ਤੋਂ ਆਪਾਂ ਸਟਾਰਟ ਕਰਦੇ ਹਾਂ ਈਅਰ 51 ਤੋਂ 52 ਚ 52 ਮਿਲੀਅਨ ਟਨ ਪ੍ਰੋਡਕਸ਼ਨ ਹੋਈ ਸੀ ਦੇਖੋ ਅੱਗੇ 61 ਚ ਆ ਕੇ ਅੱਗੇ 82 ਹੋ ਗਈ ਦੇਖੋ ਜਿਵੇਂ ਜਿਵੇਂ ਆਪਾਂ ਜਾ ਰਹੇ ਹਾਂ ਨਾ ਅਪ ਟੂ 2020 ਤੱਕ ਆਪਣੀ ਪ੍ਰੋਡਕਸ਼ਨ ਕੀ ਹੈ ਇਨਕਰੀਜ਼ ਹੀ ਹੁੰਦੀ ਜਾ ਰਹੀ ਹੈ ਜੋ ਆਪਣੇ ਲਈ ਮਤਲਬ ਵਧੀਆ ਹੈਗਾ ਹਨਾ ਮਤਲਬ ਫੂਡ ਦੀ ਪ੍ਰੋਡਕਸ਼ਨ ਜ਼ਿਆਦਾ ਹੋ ਰਹੀ ਹੈ ਨੈਕਸਟ ਹੈ ਵੇਸਟੇਜ ਆਫ ਐਗਰੀਕਲਚਰ ਪ੍ਰੋਡਿਊਸ ਹੁਣ ਦੇਖੋ ਜੋ ਚੀਜ਼ਾਂ ਉਗਾਈਆਂ ਜਾਂਦੀਆਂ ਉਹਨਾਂ ਦੀ ਵੇਸਟੇਜ ਹੋ ਰਹੀ ਹੈ ਇਟ ਇਜ਼ ਐਸਟੀਮੇਟਡ that every year ਮਤਲਬ ਹਰ ਸਾਲ ਫਰੂਟ ਐਂਡ ਵੈਜੀਟੇਬਲਸ ਠੀਕ ਹੈ ਜਿਹੜੇ ਫਰੂਟ ਹੈ ਫਲ ਨੇ ਸਬਜ਼ੀਆਂ ਨੇ ਪ੍ਰੋਡਿਊਸ ਕੀਤੀਆਂ ਜਾਂਦੀਆਂ ਵਰਥ ਰੁਪੀ 40,000 to 50,000 ਕਰੋੜ ਦੇਖੋ ਇਹਨੇ ਦੀ ਜਿਹੜੀ ਪ੍ਰੋਡਕਸ਼ਨ ਕੀਤੀ ਜਾਂਦੀ ਹੈ ਫਰੂਟ ਐਂਡ ਵੈਜੀਟੇਬਲ ਗੋਜ਼ ਵੇਸਟ ਵੇਖੋ ਵੇਸਟ ਜਾਂਦੀ ਹੈ ਕਿਉਂ ਜਾਂਦੀ ਹੈ ਡਿਊ ਟੂ ਲੈਕ ਆਫ ਫੈਸਿਲਿਟੀਜ਼ ਟੂ ਪ੍ਰੀਜ਼ਰਵ them ਦੇਖੋ ਇਹਨਾਂ ਨੂੰ ਜਿਹੜੀ ਗਵਰਨਮੈਂਟ ਹੈ ਚੰਗੀ ਤਰ੍ਹਾਂ ਪ੍ਰੀਜ਼ਰਵ ਕਰਕੇ ਨਹੀਂ ਰੱਖ ਸਕਦੀ ਹੈ ਨਾ ਜਿਹੜੀਆਂ ਆਪਣੇ ਫਰੂਟਸ ਹੈ ਵੈਜੀਟੇਬਲਸ ਹੈ ਇਹਨਾਂ ਨੂੰ ਵੀ ਸਟੋਰ ਕਰਕੇ ਰੱਖੀਏ ਆਪਾਂ ਜਿਸ ਟੈਂਪਰੇਚਰ ਤੇ ਮਤਲਬ ਇਹ ਕਾਫੀ ਟਾਈਮ ਲਈ ਰਹਿ ਸਕਣ ਦ ਗਵਰਨਮੈਂਟ ਹੈਜ਼ ਟੇਕਨ ਅਪ ਮੈਨੀ ਇਨੀਸ਼ੀਏਟਿਵਸ ਦੇਖੋ ਇਹ ਕਈ ਇਨੀਸ਼ੀਏਟਿਵ ਵੀ ਲੈ ਕੇ ਆਈ ਹੈ ਸਰਕਾਰ ਟੂ ਪ੍ਰਮੋਟ ਦਾ ਕੰਸਟਰਕਸ਼ਨ ਆਫ ਕੋਲਡ ਚੇਨ ਹੈ ਨਾ ਮਤਲਬ ਇਹ ਕੀ ਕਹਿ ਰਹੀ ਹੈ ਕੋਲਡ ਚੇਨ ਬਣਾਏਗੀ ਮਤਲਬ ਇਹ ਕੋਲਡ ਚੇਨ ਕੀ ਹੁੰਦੀ ਹੈ ਕੋਈ ਐਦਾਂ ਦਾ ਟੈਂਪਰੇਚਰ ਸੈੱਟ ਕਰੂਗੀ ਇਹਨਾਂ ਦੇ ਲਈ ਜਦੋਂ ਸਟੋਰ ਕਰੂਗੀ ਤਾਂ ਜੋ ਇਹ ਚੀਜ਼ਾਂ ਫਰੂਟ ਐਂਡ ਵੈਜੀਟੇਬਲ ਖਰਾਬ ਨਾ ਹੋਣ ਐਂਡ ਆਲਸੋ ਅਪਰੂਵ ਐਫਡੀਆਈ ਵੀ ਇਹ ਅਪਰੂਵ ਕਰੇਗੀ ਠੀਕ ਹੈ ਨਾ ਫੋਰਨ ਕੀ ਹੁੰਦੀ ਹੈ ਤੁਹਾਡੀ ਇਨਵੈਸਟਮੈਂਟ ਜੋ ਵੀ ਹੈ in the multi-brand retail so that adequate capital is made available to bring the produce from farm to the fork ਦੇਖੋ ਜਿਹੜੀ ਫੋਰਨ ਇਨਵੈਸਟਮੈਂਟ ਹੁੰਦੀ ਹੈਗੀ ਹੈ ਫੋਰਨ ਡਾਇਰੈਕਟ ਇਨਵੈਸਟਮੈਂਟ ਇਹਦੀ ਤੁਸੀਂ ਫੁੱਲ ਫਾਰਮ ਕਰਨੀ ਹੈ ਐਫਡੀਆਈ ਕੀ ਹੁੰਦੀ ਹੈ ਫੋਰਨ ਡਾਇਰੈਕਟ ਇਨਵੈਸਟਮੈਂਟ ਠੀਕ ਹੈ ਜਿਹੜੀ ਮਤਲਬ ਫੋਰਨ ਤੋਂ ਕਹਿ ਲਓ ਜਾਂ ਡਾਇਰੈਕਟ ਇਨਵੈਸਟਮੈਂਟ ਪੈਸਾ ਲਾਇਆ ਜਾਂਦਾ ਹੈ ਮਤਲਬ ਮੰਨ ਲਓ ਆਪਣੇ ਇੰਡੀਆ ਹੈ ਆਪਾਂ ਇੰਡੀਆ 'ਚ ਰਹਿੰਦੇ ਆ ਬਾਹਰ ਕੋਈ ਫੋਰਨ ਅਮਰੀਕਾ ਵਾਲਾ ਆ ਕੇ ਇੱਥੇ ਇਨਵੈਸਟਮੈਂਟ ਲਾ ਰਿਹਾ ਆਪਣਾ ਬਿਜ਼ਨਸ ਦੇ ਵਿੱਚ ਕੋਈ ਬਿਜ਼ਨਸ ਹੈਗਾ ਉਹਦਾ ਠੀਕ ਹੈ ਜਾਂ ਇੱਥੇ ਕਿਸੇ ਪਰਸਨ ਨੇ ਖੋਲਿਆ ਹੈ ਉੱਥੇ ਆ ਕੇ ਪੈਸਾ ਲਗਾ ਰਿਹਾ ਹੈ ਠੀਕ ਹੈ ਉਹ ਤਾਂ ਹੀ ਲਗਾਏਗਾ ਜੇ ਉਹਨੂੰ ਕੁਝ ਫਾਇਦਾ ਹੋਏਗਾ ਜਾਂ ਇੱਥੇ ਆਪਣੀ ਕੰਟਰੀ ਨੂੰ ਵੀ ਹੋਏਗਾ ਇਹਨੂੰ ਬੋਲਦੇ ਆ ਫੋਰਨ ਡਾਇਰੈਕਟ ਇਨਵੈਸਟਮੈਂਟ ਠੀਕ ਹੈ ਇਸ ਚੀਜ਼ ਨੂੰ ਵੀ ਅਪਰੂਵ ਕਰੂਗੀ ਗਵਰਨਮੈਂਟ ਤਾਂ ਜੋ ਜਿਹੜੀ ਕੀ ਹੈ ਕਮਾਈ ਹੋ ਸਕੇ ਤੇ ਬ੍ਰਿੰਗ ਦਾ ਫਾਰਮ ਟੂ ਫੋਕ ਪ੍ਰੋਸੈਸ ਲੈ ਕੇ ਗਈ ਫਾਰਮ ਟੂ ਫੋਕ ਕੀ ਹੁੰਦਾ ਜਿਹੜਾ ਆਪਾਂ ਖੇਤਾਂ ਵਿੱਚ ਰॉ ਮਟੀਰੀਅਲ ਉਗਾਉਣੇ ਆ ਉਹਦੀ ਅੱਗੇ ਕੀ ਹੈ ਜਿਹੜੀ ਪ੍ਰੋਸੈਸਿੰਗ ਹੁੰਦੀ ਹੈ ਠੀਕ ਹੈ ਅੱਗੇ ਪ੍ਰੋਡਕਟਸ ਬਣਦੇ ਆ ਮਾਰਕੀਟ 'ਚ ਲੈ ਕੇ ਆਉਂਦੇ ਆ ਉਹ ਚੀਜ਼ ਨੂੰ ਕਹਿੰਦੇ ਆ ਫਾਰਮ ਟੂ ਦਾ ਫੋਕ ਨੈਕਸਟ ਤੁਹਾਡਾ ਟੌਪਿਕ ਹੈ ਆਰਗੈਨਿਕ ਫਾਰਮਿੰਗ
ਇਹਦੇ ਬਾਰੇ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਹੈ, ਆਰਗੈਨਿਕ ਫਾਰਮਿੰਗ ਹੈ ਨਾ, ਇਹ ਆਪਣੇ ਲਈ ਸਾਰਿਆਂ ਲਈ ਬੈਸਟ ਹੁੰਦੀ ਹੈ। ਦ ਯੂਜ਼ੇਜ ਆਫ ਫਰਟੀਲਾਈਜ਼ਰਸ, ਜਿਹੜੀ ਆਪਾਂ ਖਾਦ ਪਾਉਂਦੇ ਆ, ਹਾਈ ਈਲਡਿੰਗ ਸੀਡ, ਮਤਲਬ ਹਾਈ ਈਲਡ ਜਿਹੜੀ ਵੈਰਾਈਟੀ ਵਾਲੇ ਸੀਡਸ ਹੁੰਦੇ ਆ ਆਪਾਂ ਯੂਜ਼ ਕਰ ਰਹੇ ਆ, ਇਨਕਰੀਜ਼ ਦਾ ਈਲਡ। ਦੇਖੋ ਉਹਦੇ ਨਾਲ ਝਾੜ ਤਾਂ ਵੱਧ ਜਾਂਦਾ ਹੈ, ਤੁਸੀਂ ਫਰਟੀਲਾਈਜ਼ਰ ਪਾਤੇ, ਹਾਈ ਈਲਡ ਸੀਡ ਯੂਜ਼ ਕਰ ਲਏ, ਉਹਦੇ ਨਾਲ ਝਾੜ ਵੱਧ ਜਾਏਗਾ, ਬਟ ਇਟ ਹੈਜ਼ ਲੈਡ ਟੂ ਵੇਰੀਅਸ ਪ੍ਰੋਬਲਮ। ਦੇਖੋ ਇਹਦੇ ਕਈ ਨੁਕਸਾਨ ਵੀ ਹੈ, ਜ਼ਿਆਦਾ ਝਾੜ ਲੈਣ ਪਿੱਛੇ ਆਪਾਂ ਆਪਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਾਂ। ਦੇਖੋ ਲਾਈਕ ਸੋਇਲ ਡਿਗਰੇਡੇਸ਼ਨ, ਜਿਹੜੀ ਤੁਹਾਡੀ ਮਿੱਟੀ ਦੀ ਉਪਜਾਊ ਸ਼ਕਤੀ ਹੈ ਉਹ ਘਟ ਰਹੀ ਹੈ। ਐਂਡ ਹਾਈ ਕੋਸਟ ਆਫ ਕਲਟੀਵੇਸ਼ਨ, ਤੁਹਾਨੂੰ ਕਲਟੀਵੇਸ਼ਨ ਦੇ ਉੱਤੇ ਵੀ ਬਹੁਤ ਪੈਸਾ, ਮਤਲਬ ਖੇਤੀ ਤੇ ਪੈਸਾ ਜ਼ਿਆਦਾ ਲਾਉਣਾ ਪੈਂਦਾ। ਐਕਸੈਸਿਵ ਪੈਸਟੀਸਾਈਡਸ ਐਂਡ ਇਨਸੈਕਟੀਸਾਈਡਸ, ਦੇਖੋ ਇਹ ਚੀਜ਼ ਹੈ, ਇਹ ਦੇਖੀ ਗਈ ਹੈ ਕਿ ਜ਼ਿਆਦਾਤਰ ਲੋਕ ਪੈਸਟੀਸਾਈਡ, ਇਨਸੈਕਟੀਸਾਈਡ, ਰੇ ਸਪਰੇ ਜ਼ਿਆਦਾ ਕਰਦੇ ਨੇ ਐਂਡ ਦੇयर ਇੰਟਰੂਸ਼ਨ ਇਨਟੂ ਦਾ ਫੂਡ ਚੇਨ। ਤੇ ਉਹੀ ਚੀਜ਼ਾਂ ਆਪਾਂ ਕੀ ਹੈ ਖਾ ਰਹੇ ਹਾਂ, ਜੋ ਉਗਾ ਰਹੇ हैं ऊपर इन्नी की है पेस्टिसाइड्स करी जाने हैं, वो अपने फूड चेन च एंटर हो गई हैं। ठीक है ना, देखो आपा की फसलां उगाइया होंदियां उन्हां उपर इंसैक्टीसाइड उन्हां नूं आपां कंज्यूम कर लैंदे, खा लैंदे, जो अपने की है अंदर चलियां जांदियां, एज मेड द पीपल थिंक ऑफ नैगेटिव। ਇਹਦੇ ਨਾਲ ਕੀ ਬਹੁਤ ਨੈਗੇਟਿਵ ਪ੍ਰਭਾਵ ਪੈ ਰਿਹਾ, ਇਕੋਲੋਜੀਕਲ ਇਫੈਕਟ ਹੈ ਇਹਦਾ, ਨੈਗੇਟਿਵ ਇਕੋਲੋਜੀਕਲ ਇਫੈਕਟ ਹੈ। therefore it was felt that a new system of cultivation should be, ਫਿਰ ਤਾਂ ਇੱਕ ਆਪਾਂ ਨੂੰ ਨਵਾਂ ਸਿਸਟਮ ਇਹੋ ਜਿਹਾ ਅਡਾਪਟ ਕਰਨਾ ਚਾਹੀਦਾ ਹੈ ਜਿਹਦੇ ਵਿੱਚ ਇਦਾਂ ਦੇ ਨੈਗੇਟਿਵ ਇਫੈਕਟ ਨਾ ਹੋਣ, ਵੀ ਆਪਾਂ ਨੂੰ ਇੰਨੀ ਕੀ ਹੈ ਪੈਸਟੀਸਾਈਡ ਯੂਜ਼ ਨਾ ਕਰਨੇ ਪੈਣ, ਆਪਣੀ ਸੋਇਲ ਡੀਗ੍ਰੇਡ ਨਾ ਹੋਵੇ। ਠੀਕ ਹੈ, ਇਕੋ ਫਰੈਂਡਲੀ ਮੈਥਡ ਯੂਜ਼ ਕਰੋ। ਠੀਕ ਹੈ, ਪਹਿਲਾਂ ਕੀ ਹੁੰਦਾ, ਪੁਰਾਣੇ ਟਾਈਮ 'ਚ ਇਦਾਂ ਦਾ ਕੁਝ ਨਹੀਂ ਹੁੰਦਾ ਸੀ, ਕੋਈ ਇਨਸੈਕਟੀਸਾਈਡ ਨਹੀਂ ਯੂਜ਼ ਕਰਦੇ ਸੀਗੇ, ਬਲਦ ਹੁੰਦੇ ਸੀ, ਬਲਦਾਂ ਨਾਲ ਖੇਤੀ ਕੀਤੀ ਜਾਂਦੀ ਸੀ, ਕੋਈ ਮਸ਼ੀਨਰੀ ਨਹੀਂ ਹੁੰਦੀ ਸੀ, ਉਹ ਸਿਸਟਮ ਸਾਰਾ ਆਪਾਂ ਕਹਿ ਸਕਦੇ ਹਾਂ ਇਕੋ ਫਰੈਂਡਲੀ ਸੀ। ਠੀਕ ਹੈ, ਹੁਣ ਦੇਖੋ ਪੋਲਿਊਸ਼ਨ ਇਨਕਰੀਜ਼ ਹੋ ਰਿਹਾ, ਉਹ ਆਪਣੀਆਂ ਹਿਊਮਨ ਐਕਟੀਵਿਟੀਜ਼ ਕਰਕੇ ਇਨਕਰੀਜ਼ ਹੋ ਰਿਹਾ। ਠੀਕ ਹੈ, ਤਾਂ ਆਪਾਂ ਨੂੰ ਚਾਹੀਦਾ ਕਿ ਹੁਣ ਆਪਾਂ ਫਿਰ ਉਸੇ ਚੀਜ਼ ਤੇ ਆ ਜਾਈਏ, ਇਕੋ ਫਰੈਂਡਲੀ ਆਪਾਂ এনवायरमेंट ਨੂੰ ਬਣਾਈਏ। ਦੇਖੋ ਹੁਣ ਕਿਹੜਾ ਉਹ ਵਾਲਾ ਨਵਾਂ ਸਿਸਟਮ ਹੈ, ਉਹ ਹੈਗਾ ਆਰਗੈਨਿਕ ਫਾਰਮਿੰਗ। ਠੀਕ ਹੈ, ਆਰਗੈਨਿਕ ਫਾਰਮਿੰਗ ਕੀ ਹੁੰਦੀ ਹੈ, ਪ੍ਰੋਹਿਬਿਟਸ ਦਾ ਯੂਜ਼ ਆਫ ਆਲ ਸਿੰਥੈਟਿਕ ਇਨਪੁਟਸ, ਉਹਦੇ ਵਿੱਚ ਆਪਾਂ ਸਿੰਥੈਟਿਕ ਚੀਜ਼ਾਂ ਕੁਝ ਨਹੀਂ ਯੂਜ਼ ਕਰਨੀਆਂ, ਆਰਟੀਫੀਸ਼ੀਅਲ ਚੀਜ਼ਾਂ ਕੁਝ ਨਹੀਂ ਯੂਜ਼ ਕਰਨੀਆਂ। ਐਂਡ ਸੋਇਲ ਹੈਲਥ ਇਜ਼ ਨਾਓ ਦਾ ਫੋਕਸ। ਠੀਕ ਹੈ, ਆਪਾਂ ਸੋਇਲ ਦੀ ਜਿਹੜੀ ਹੈਲਥ ਹੈ ਉਹਦੀ ਧਿਆਨ ਦੇਣਾ, ਮਿੱਟੀ ਆਪਣੀ ਖਰਾਬ ਨਾ ਹੋਵੇ, ਮਿੱਟੀ ਦੀ ਉਪਜਾਊ ਸ਼ਕਤੀ ਬਣੀ ਰਵੇ, ਫਰਟੀਲਿਟੀ ਬਣੀ ਰਵੇ, ਇਜ਼ ਨਾਓ ਦਾ ਫੋਕਸ ਆਫ ਪ੍ਰੋਗਰਾਮ। ਆਪਾਂ ਇਸ ਚੀਜ਼ ਤੇ ਫੋਕਸ ਕਰਨਾ ਹੈ। ਨਾਓ ਆਰਗੈਨਿਕ ਫਾਰਮਿੰਗ ਦੀ ਡੈਫੀਨੇਸ਼ਨ ਦੇਖੋ ਕੀ ਹੈ, ਇਜ਼ ਦਾ ਸਿਸਟਮ ਡਿਜ਼ਾਈਨ ਟੂ ਪ੍ਰੋਡਿਊਸ ਕ੍ਰੌਪਸ। ਇਦਾਂ ਦਾ ਸਿਸਟਮ ਡਿਜ਼ਾਈਨ ਕਰੋ ਜਿਹਦੇ ਨਾਲ ਕਿ ਫਸਲਾਂ ਦੀ ਪੈਦਾਵਾਰ ਤਾਂ ਹੋਵੇ ਬਾਈ ਮੈਥਡਸ ਐਂਡ ਸਬਸਟੈਂਸਸ, ਮਤਲਬ ਇਦਾਂ ਦੇ ਮੈਥਡ ਯੂਜ਼ ਕਰੋ ਵਿਚ ਮੇਨਟੇਨ देयर ਇੰਟੈਗ੍ਰਿਟੀ ਅੰਟਿਲ ਦੇ ਰੀਚ ਦਾ ਕੰਜ਼ਿਊਮਰ। ਠੀਕ ਹੈ, ਮਤਲਬ ਦੇਖੋ ਖੇਤਾਂ 'ਚ ਜੋ ਵੀ ਰॉ ਮਟੀਰੀਅਲ ਉਗਾਇਆ ਜਾਂਦਾ ਹੈ, ਕਣਕ ਹੈ, ਕੁਝ ਵੀ ਹੈ, ਰਾਈਸ ਹੈ, ਹਨਾ, ਵੀਟ ਰਾਈਸ ਜੋ ਵੀ ਉਗਾਇਆ ਜਾਂਦਾ ਉਹ ਅੱਗੇ ਹੁਣ ਮਾਰਕੀਟ 'ਚ ਆ ਕੇ, ਮਤਲਬ ਪ੍ਰੋਸੈਸਿੰਗ ਤੋਂ ਬਾਅਦ ਮਾਰਕੀਟ 'ਚ ਜੋ ਚੀਜ਼ਾਂ ਸਾਰੀਆਂ ਐਗਰੀਕਲਚਰ ਦੇ ਰॉ ਮਟੀਰੀਅਲ ਤੋਂ ਹੀ ਬਣੀਆਂ ਹੁੰਦੀਆਂ, ਹੁਣ ਉਹ ਆਪਣੇ ਤੱਕ ਆਉਂਦੀਆਂ, ਆਪਾਂ ਉਹਨਾਂ ਚੀਜ਼ਾਂ ਨੂੰ ਖਾਂਦੇ ਆ, ਤਾਂ ਉੱਥੋਂ ਤੱਕ ਕੰਜ਼ਿਊਮਰ ਲੈਵਲ ਤੱਕ ਇਹ ਧਿਆਨ ਰੱਖਿਆ ਜਾਵੇ ਕਿ ਚੀਜ਼ਾਂ ਦੇ ਵਿੱਚ ਕੋਈ ਅਡਲਟ੍ਰੇਸ਼ਨ ਨਾ ਹੋਵੇ, ਮਤਲਬ ਕੋਈ ਖਰਾਬੀ ਨਾ ਹੋਵੇ, ਆਪਣੇ ਤੱਕ ਪੂਰੀ ਪਿਓਰ ਚੀਜ਼ਾਂ ਪਹੁੰਚਣ। ਹਾਂਜੀ, ਨੈਕਸਟ ਹੈ ਜੈਨੇਟਿਕ ਇੰਜੀਨੀਅਰਿੰਗ, GM ਕ੍ਰੌਪਸ ਵੀ ਬੋਲਦੇ ਆ ਇਹਨਾਂ ਨੂੰ। ਦੇਖੋ ਕੀ ਹੈ ਇਹ ਜੈਨੇਟਿਕ ਇੰਜੀਨੀਅਰਿੰਗ, ਕੀ ਹੈ ਇੱਕ ਲੈਬੋਰੇਟਰੀ ਟੈਕਨੀਕ ਹੈ। ਠੀਕ ਹੈ, ਕਿ ਇੱਕ ਲੈਬੋਰੇਟਰੀ ਟੈਕਨੀਕ ਹੈ ਯੂਜ਼ਡ ਬਾय ਸਾਇੰਟਿਸਟ। ਜੈਨੇਟਿਕ ਇੰਜੀਨੀਅਰਿੰਗ ਕੀ ਹੈ, ਇੱਕ ਲੈਬੋਰੇਟਰੀ ਟੈਕਨੀਕ ਹੈ ਜਿਨ੍ਹਾਂ ਨੂੰ ਸਾਇੰਟਿਸਟ ਯੂਜ਼ ਕਰਦੇ ਆ ਟੂ ਚੇਂਜ ਦਾ DNA ਆਫ ਲਿਵਿੰਗ ਆਰਗੇਨਿਜ਼ਮ ਦਾ। ਤੁਸੀਂ DNA ਚੇਂਜ ਕਰ ਸਕਦੇ ਹੋ। ਠੀਕ ਹੈ, ਉਹਦੀ DNA ਨਾਲ ਛੇੜਛਾੜ ਕੀਤੀ ਜਾਂਦੀ ਹੈ। ਸਾਇੰਟਿਸਟ ਹੈਵ ਬੀਨ ਏਬਲ ਟੂ ਸਿਲੈਕਟ ਦਾ ਜੀਨਸ ਆਫ देयर ਚੋਇਸ, ਉਹਨਾਂ ਨੂੰ ਜਿਸ ਆਪਦੀ ਚੋਇਸ ਦੇ ਅਕੋਰਡਿੰਗ ਉਹ ਜੀਨਸ ਨੂੰ ਸਿਲੈਕਟ ਕਰ ਲੈਂਦੇ ਆ DNA 'ਚ। ਠੀਕ ਹੈ, ਐਂਡ ਇਨਸਰਟ them into DNA। ਠੀਕ ਹੈ, ਇੱਕ ਆਰਗੇਨਿਜ਼ਮ ਚੋਂ ਸਿਲੈਕਟ ਕਰਦੇ ਆ ਐਂਡ ਦੂਸਰੇ ਵਾਲੇ 'ਚ ਇਨਸਰਟ ਕਰ ਦਿੰਦੇ ਆ। ਠੀਕ ਹੈ ਨਾ, ਮੰਨ ਲਓ ਜੇ ਉਹਨਾਂ ਨੂੰ ਕਿਸੇ ਦੂਸਰੇ ਆਬਜੈਕਟ, ਕਿਸੇ ਲਿਵਿੰਗ ਆਰਗੇਨਿਜ਼ਮ ਦੇ ਵਿੱਚ ਉਹਨਾਂ ਨੇ ਕੁਝ ਚੇਂजेस ਕਰਨੀ ਹੈ ਤਾਂ ਇੱਕ ਸਾਈਡ ਤੋਂ ਲੈ ਕੇ ਉਹ ਜੀਨਸ ਦੂਸਰੇ ਵਿੱਚ ਇਨਸਰਟ ਕਰਦੇ ਆ। ਜਿਵੇਂ ਤੁਸੀਂ ਐਗਜ਼ਾਮਪਲ ਲੈ ਲਓ, ਟੋਮੈਟੋ ਆਰ ਸੈਂਸਿਟਿਵ ਟੂ ਫਰੋਸਟ, ਮਤਲਬ ਕਹਿ ਸਕਦੇ ਹੋ ਜਿਵੇਂ ਟੋਮੈਟੋ ਸੈਂਸਿਟਿਵ ਹੁੰਦੇ ਆ ਠੰਡ ਦੇ ਵਿੱਚ ਜਾਂ ਨਹੀਂ ਹੁੰਦੇ, ਵਿੱਚ ਸ਼ਾਰਟਨਸ देयर growing season to counter it the scientist identify a particular gene। ਫਿਰ ਇਹਦੇ ਲਈ ਸਾਇੰਟਿਸਟ ਕੀ ਕਰਦੇ, ਇੱਕ ਪਾਰਟਿਕੂਲਰ ਜੀਨ ਲੈਂਦੇ ਆ। ਕਿਹੜਾ ਵਾਲਾ ਜੀਨ ਲੈਣਗੇ, ਰੈਜ਼ਿਸਟੈਂਸ ਟੂ ਕੋਲਡ।
ठीक है, ਜਿਹੜੇ ਮਤਲਬ ਉਹਦੇ ਤੇ ਕੋਲਡ ਦਾ ਕੋਈ ਇਫੈਕਟ ਨਾ ਪਏ, ਫਿਰ ਉਹ ਇਦਾਂ ਦਾ ਟੋਮੈਟੋ ਦੇ ਵਿੱਚ ਇਨਸਰਟ ਕਰਨਗੇ, ਹੈ ਨਾ। ਐਂਡ ਯੂਜ਼ ਜੈਨੇਟਿਕ ਇੰਜੀਨੀਅਰਿੰਗ ਫਿਰ ਟੋਮੈਟੋ ਲਈ ਯੂਜ਼ ਕੀਤੀ ਟੂ ਇਨਸਰਟ ਦਿਸ, ਉਹਦੇ ਵਿੱਚ ਐਂਟੀ ਫਰੀਜ਼ ਜੀਨ ਫਿਰ ਉਹ ਪਾ ਦੇਣਗੇ। ਠੀਕ ਹੈ, ਤਾਂ ਫਿਰ ਤੁਸੀਂ ਕੀ ਹੈ, ਮੰਨ ਲਓ ਠੰਡ ਦੇ ਵਿੱਚ ਵੀ ਹੈ ਜਾਂ ਫਿਰ ਉਹ ਵਾਲੇ ਤੁਸੀਂ ਕੀ ਹੈ, ਇਹਨਾਂ ਨੂੰ ਫਿਰ ਟੋਮੈਟੋਜ਼ ਵਗੈਰਾ ਨੂੰ ਵੀ ਉਗਾ ਸਕਦੇ ਹੋ। ਠੀਕ ਹੈ, ਜੇ ਇਦਾਂ ਦਾ ਟ੍ਰੇਟ ਇਹਦੇ ਵਿੱਚ ਜਾਂ ਜੀਨ ਐਂਟਰ ਕਰ ਦੋਗੇ। ਇਟ ਹੈਜ਼ enabled the farmer to extend the tomato growing season। ठीक है, फिर तुसी के tomatoes ਨੂੰ use ਕਰ ਸਕਦੇ ਹੋ। ठीक है, similarly the Indian farmers are using BT cotton seed। देखो ਆਪਾਂ यूज कर रहे हैं BT cotton seed, मतलब अपने जो भी cotton ਦੇ ਲਈ ਹੁੰਦਾ these days it is resistance to bollworm। ठीक है, एंड हैज हेल्प्ड them reap rich harvest। देखो BT cotton ਆਪਾਂ यूज ਕਰਦੇ ਆ, BT ਦੀ ਤੁਹਾਨੂੰ ਪਹਿਲਾਂ ਫੁੱਲ ਫਾਰਮ ਪਤਾ ਹੋਣੀ ਚਾਹੀਦੀ ਹੈ, ਬੈਸੀਲਸ ਬੋਲਦੇ ਆ। ਠੀਕ ਹੈ ਨਾ, BT cotton ਆਪਾਂ ਕਹਿੰਦੇ ਆ, ਤਾਂ ਇਹਦਾ ਮਤਲਬ ਹੈ BT ਦਾ ਇੱਥੇ ਮਤਲਬ ਹੈ ਬੈਸੀਲਸ। BT cotton is the only transgenic crop approved for use in India। देखो इनू देखो पहला ਇਹਦੇ ਤੇ ਜੋ ਵੀ ਐਕਸਪੈਰੀਮੈਂਟ ਸਾਇੰਟਿਸਟ ਨੇ ਕੀਤਾ, ਠੀਕ ਹੈ, ਜਾਂ ਜੀਨਸ ਦੇ ਵਿੱਚ ਚੇਂजेस ਕੀਤੀਆਂ, ਇਹਨੂੰ ਮੋਡੀਫਾਈ ਕਰਕੇ ਲੈ ਕੇ ਆਏ, ਉਸ ਤੋਂ ਬਾਅਦ ਫਿਰ ਇਹਨੂੰ ਅਪਰੂਵ ਕੀਤਾ ਗਿਆ ਇੰਡੀਆ ਦੇ ਵਿੱਚ। ਠੀਕ ਹੈ, ਹੁਣ ਤੱਕ ਵੀ ਆਪਾਂ ਇਹਨੂੰ ਯੂਜ਼ ਕਰਦੇ ਹਾਂ। ਨੈਕਸਟ ਹੈ ਐਫਰਟਸ ਟੂ ਇੰਟਰੋਡਿਊਸ BT ਬ੍ਰਿੰਜਲ। देखो BT ਬ੍ਰਿੰਜਲ ਨੂੰ ਇੰਟਰੋਡਿਊਸ ਕਰਨ ਦੀਆਂ ਵੀ ਬੜੀ ਕੋਸ਼ਿਸ਼ ਚੱਲ ਰਹੀਆਂ ਸੀ ਕਿ BT ਬ੍ਰਿੰਜਲ ਲਿਆਂਦਾ ਜਾਵੇ ਵਿਦ ਅ ਸਟਰੋਂਗ ਪ੍ਰੋਟੈਸਟ ਇਨ ਇੰਡੀਆ। ਇਹਦੇ ਰਿਲੇਟਡ ਪ੍ਰੋਟੈਸਟ ਵੀ ਹੋਇਆ ਸੀਗਾ, ਬਟ ਉਹਨਾਂ ਸਾਰਿਆਂ ਨੂੰ ਦੇਖਦੇ ਮੱਦੇਨਜ਼ਰ ਰੱਖਦੇ ਹੋਏ ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਹਨੂੰ ਲਿਆਂਦਾ ਗਿਆ। ਸੁਪਰੀਮ ਕੋਰਟ ਅਪਾਇੰਟਡ ਅ ਟੈਕਨੀਕਲ, ਦੇਖੋ ਟੈਕਨੀਕਲ ਐਕਸਪਰਟ ਟੀਮ ਹੈ TEC had recommended a 10-year moratorium on all fields trials of GM food crops। देखो ਇੱਕ ਕਮੇਟੀ ਬਣਾਈ ਗਈ ਹੈ ਜੋ ਇਹ ਦੇਖਦੀ ਹੈ ਕਿ ਕਿਹੜੀਆਂ ਤੁਸੀਂ ਜਿਹੜੀਆਂ ਜੈਨੇਟਿਕ GM ਕ੍ਰੌਪਸ ਹੁੰਦੀਆਂ ਨਾ, ਜਿਨ੍ਹਾਂ ਵਿੱਚ ਜੀਨਸ ਚੇਂਜ ਕੀਤੇ ਜਾਂਦੇ ਆ, DNA ਦੇ ਵਿੱਚ ਚੇਂजेस ਕੀਤੀਆਂ ਜਾਂਦੀਆਂ, ਠੀਕ ਹੈ, ਉਹਨਾਂ ਦੇ ਲਈ ਇੱਕ ਕਮੇਟੀ ਬਣਾਈ ਗਈ ਹੈ ਜੋ ਪਹਿਲਾਂ ਉਹਨਾਂ ਤੇ ਟਰਾਇਲ ਕਰਦੀ ਹੈ, ਚੈੱਕ ਕਰਦੀ ਹੈ ਇਹ ਸਹੀ ਹੈ ਕਿ ਨਹੀਂ, ਉਸ ਤੋਂ ਬਾਅਦ ਫਿਰ ਇਹਨੂੰ ਅਪਰੂਵਲ ਮਿਲਦਾ। हाँ जी, नेक्स्ट अपना हैगा टॉपिक लर्निंग एंड टीचिंग इन एक्सटेंशन एंड कम्युनिकेशन। लर्निंग ਦਾ ਮਤਲਬ ਹੁੰਦਾ ਕਿ ਆਪਾਂ ਕੁਝ ਸਿੱਖ ਰਹੇ ਹਾਂ। ਠੀਕ ਹੈ, ਟੀਚਿੰਗ ਦੇ ਵਿੱਚ ਕੀ ਹੁੰਦਾ, ਕੁਝ ਪੜਾਇਆ ਜਾ ਰਿਹਾ। ਹੁਣ ਦੇਖੋ ਇਹਦਾ ਮਤਲਬ ਕੀ ਐਕਸਟੈਂਸ਼ਨ ਕੀ ਹੁੰਦੀ ਹੈ ਤੁਹਾਡੀ, ਹੈ ਨਾ। extension is an educational process है to bring about desirable changes। मतलब इदा दा educational process होवे जिहदे नाल आपां कुछ बदलाव लेके आ सकीए। essential role हुण इस extension दा की रोल है to create effective learning situations। मतलब इदा दी situations create करनी है कि कोई ना कोई कुछ सीखे। ठीक है, नेक्स्ट अपनी किसान क्रेडिट कार्ड स्कीम है। देखो क्रेडिट कार्ड है ना, क्रेडिट नाल रिलेटेड है, इत्थे तुहानूं पता लग गया होएगा। किसान क्रेडिट कार्ड स्कीम नूं इंट्रोड्यूस किया गया सी, कित्थे कीता सी, बैंक्स दे विच। तुहानूं पता होना चाहिए किदों आई सी, 1998 च आई सी एंड रिवाइज इहनूं दोबारा किया गया सी 2004। ये तुहानूं पता होना चाहिए कदों इहनूं इंट्रोड्यूस किया सी, 1998 दे विच एंड 2004 विच इहनूं दोबारा रिवाइज किया गया सी। ठीक है, ਹੁਣ ਦੇਖੋ ਇਹਦਾ ਆਬਜੈਕਟਿਵ ਕੀ ਸੀ, ਹੁਣ ਇਹਨੂੰ ਸਕੀਮ ਨੂੰ ਲਿਆਉਣ ਪਿੱਛੇ ਕੀ ਉਦੇਸ਼ ਸੀਗਾ ਸਰਕਾਰ ਦਾ। ਦ ਮੇਨ ਆਬਜੈਕਟਿਵ, ਦੇਖੋ ਜਿਹੜਾ ਮੇਨ ਇਹਦੇ ਰਿਲੇਟਡ ਆਬਜੈਕਟਿਵ ਸੀਗਾ, ਕਿਉਂ ਬਣਾਈ ਗਈ ਸੀ ਸਕੀਮ, ਟੂ ਪ੍ਰੋਵਾਈਡ ਦਾ ਐਡਿਕੁਏਟ ਐਂਡ ਟਾਈਮਲੀ ਕ੍ਰੈਡਿਟ ਟੂ ਦਾ ਫਾਰਮਰਸ। ਦੇਖੋ ਕਿਸਾਨਾਂ ਨੂੰ ਕ੍ਰੈਡਿਟ ਦੇਣ ਦੇ ਲਈ ਸੀਗਾ, ਪ੍ਰੋਪਰ ਕ੍ਰੈਡਿਟ ਦਿੱਤਾ ਜਾਵੇ, ਟਾਈਮ ਤੇ ਦਿੱਤਾ ਜਾਵੇ ਅੰਡਰ ਸਿੰਗਲ ਵਿੰਡੋ ਇਨਕਲੂਡਿੰਗ ਜਿਵੇਂ ਸ਼ਾਰਟ ਟਰਮ ਕ੍ਰੈਡਿਟ ਨੀਡਸ, ਜਿਹੜੀਆਂ ਉਹਨਾਂ ਦੀਆਂ ਜ਼ਰੂਰਤਾਂ ਸੀ ਉਹ ਪੂਰੀਆਂ ਹੋ ਸਕਣ। ਰੀਜ਼ਨੇਬਲ ਕੰਪੋਨੈਂਟ ਫॉर ਕੰਜ਼ੰਪਸ਼ਨ, ਮਤਲਬ ਉਹਨਾਂ ਦੀ ਕੋਈ ਫੂਡ ਨੂੰ ਲੈ ਕੇ ਜਾਂ ਕੰਜ਼ੰਪਸ਼ਨ ਨੀਡਸ ਹੈਗੀਆਂ ਪੂਰੀਆਂ ਕੀਤੀਆਂ ਜਾਣ। ਠੀਕ ਹੈ, ਉਹਨਾਂ ਨੂੰ ਕ੍ਰੈਡਿਟ ਦਿੱਤਾ ਜਾਵੇ। ਵਟ ਇਜ਼ ਐਗਰੀ ਬਿਜ਼ਨਸ? ਹਾਂਜੀ ਦੱਸੋ, ਐਗਰੀ ਬਿਜ਼ਨਸ ਕੀ ਹੁੰਦਾ ਹੈ? एन एग्री बिजनेस इज ए लाइन ऑफ बिजनेस। मतलब एक इनू बोलते हैं लाइन ऑफ, LOB भी कहा जाता है। मतलब एक लाइन है, लाइन ऑफ बिजनेस है दैट फोकस ऑन प्रोसेसिंग, वेयर हाउसिंग, डिस्ट्रीब्यूशन, मार्केटिंग, रिटेलिंग ऑफ प्रोडक्ट्स यूज्ड इन
ਫਾਰਮਿੰਗ ਦੇਖੋ ਇਹ ਦੇਖਿਆ ਜਾਂਦਾ ਹੈ ਕਿ ਫਸਲਾਂ ਉਗਾਉਣ ਤੋਂ ਲੈ ਕੇ ਉਹਦੀ ਅੱਗੇ ਫਰਦਰ ਪ੍ਰੋਸੈਸਿੰਗ ਕਰਨੀ, ਠੀਕ ਹੈ, ਅੱਗੇ ਉਹਨੂੰ ਉਹਦੇ ਤੋਂ ਪ੍ਰੋਡਕਟ ਬਣਾਣੇ, ਡਿਸਟ੍ਰੀਬਿਊਸ਼ਨ ਕਰਨੀ, ਮਾਰਕੀਟ ਦੇ ਵਿੱਚ ਲੈ ਕੇ ਆਣਾ, ਪੂਰਾ ਹੋਲ ਪ੍ਰੋਸੈਸ ਜਿਹੜਾ ਹੁੰਦਾ ਇਹਨੂੰ ਐਗਰੀ ਬਿਜ਼ਨਸ ਬੋਲਦੇ ਆ, ਠੀਕ ਹੈ। the goal of, ਹੁਣ ਦੇਖੋ ਇਹਦਾ ਗੋਲ ਕੀ ਹੈ, to improve operations in order to keep prices reasonable, ਹੈ ਨਾ, ਇਹਦੇ ਚ ਇਦਾਂ ਦੇ ਆਪਰੇਸ਼ਨਸ ਲਿਆਣੇ, ਇਹਨੂੰ ਇੰਪਰੂਵ ਕਰਨਾ ਤਾਂ ਜੋ ਜਿਹੜੇ ਪ੍ਰਾਈਸਿਸ ਹੈ ਰੀਜ਼ਨੇਬਲ ਰਹਿਣ, ਇਹ ਨਹੀਂ ਕਿ ਪ੍ਰਾਈਸਿਸ ਮਾਰਕੀਟ ਦੇ ਵਿੱਚ ਹਾਈ ਰੱਖੇ ਜਾਣ, ਠੀਕ ਹੈ, ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਹੈ। ਮੈਨੀ ਐਗਰੀ ਬਿਜ਼ਨਸ ਪ੍ਰੋਡਕਟਸ ਤੇ ਜਿਹੜੀਆਂ ਸਰਵਿਸਿਜ਼ ਹੁੰਦੀਆਂ, ਸਰਵਿਸਿਜ਼ ਫੀਚਰ ਐਡਵਾਂਸ ਇੰਟਰਨੈਟ ਆਫ ਥਿੰਗਸ ਟੈਕਨੋਲੋਜੀਜ਼ ਦੈਟ ਹੈਲਪ ਫਾਰਮਰਸ। ਦੇਖੋ ਇਹਦੇ ਨਾਲ ਰਿਲੇਟਡ ਕੁਝ ਸਰਵਿਸਿਜ਼ ਵੀ ਹੈ ਜਿਹੜੀਆਂ ਕਿ ਹੈਲਪ ਕਰਦੀਆਂ ਫਾਰਮਰਸ ਦੀਆਂ, ਆਪਦਾ ਲਾਈਫ ਸਟਾਕ ਉਹ ਕੀ ਹੈ ਵਧਾ ਸਕਦੇ ਹੈ, ਪ੍ਰੋਡਕਸ਼ਨ ਇਨਕਰੀਜ਼ ਕਰ ਸਕਦੇ ਆ, ਮਸ਼ੀਨਰੀ ਨੂੰ ਮੈਨੇਜ ਕਰ ਸਕਦੇ ਆ, ਦੇਖੋ ਪ੍ਰੋਸੈਸ ਐਂਡ ਸ਼ਿਪ ਪ੍ਰੋਡਕਟ, ਦੇਖੋ ਉਹਨਾਂ ਨੇ ਪ੍ਰੋਡਕਟ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕਿੱਦਾਂ ਮਤਲਬ ਲੈ ਕੇ ਜਾਣਾ ਹੈ, ਇਹਨਾਂ ਸਾਰਿਆਂ ਬਾਰੇ ਕੀ ਹੈ ਇਹ ਐਗਰੀ ਬਿਜ਼ਨਸ ਸਰਵਿਸਿਜ਼ ਵੀ ਪ੍ਰੋਵਾਈਡ ਕਰਦਾ ਹੈ। ਨੈਕਸਟ ਹੈ ਫਾਰਮਰਸ ਪ੍ਰੋਡਿਊਸਰਸ ਆਰਗੇਨਾਈਜੇਸ਼ਨਸ, ਠੀਕ ਹੈ। ਫਾਰਮਰਸ ਕੀ ਹੁੰਦੇ ਆ, ਪ੍ਰੋਡਿਊਸਰਸ ਕੀ ਹੁੰਦੇ ਆ, ਆਰਗੇਨਾਈਜੇਸ਼ਨਸ ਕੀ ਹੁੰਦੀਆਂ, ਜਿਵੇਂ FPOs ਬੋਲਦੇ ਆ ਇਹਨੂੰ, ਗਰੁੱਪ ਆਫ ਪ੍ਰੋਡਿਊਸਰਸ। ਦੇਖੋ ਇਹਦੇ ਵਿੱਚ ਪ੍ਰੋਡਿਊਸਰਸ ਦਾ ਗਰੁੱਪ ਆ ਜਾਂਦਾ ਹੈ, ਮੰਨ ਲਓ ਇਹਦੇ ਵਿੱਚ ਸਪੈਸ਼ਲੀ ਚਾਹੇ ਸਮੋਲ ਤੇ ਜਿਹੜੇ ਮਾਰਜਨਲ ਫਾਰਮਰਸ ਹੈ, ਹਨਾ, ਸਮੋਲ ਛੋਟੇ ਮੋਟੇ ਫਾਰਮਰਸ ਹੈ, ਠੀਕ ਹੈ, ਪ੍ਰੋਡਿਊਸਰ ਹੁੰਦੇ ਆ, ਗਰੁੱਪ ਆਫ ਪ੍ਰੋਡਿਊਸਰ ਕਹਿ ਸਕਦੇ ਹੋ। ਇਨਟੂ ਪ੍ਰੋਡਿਊਸਰ ਆਰਗੇਨਾਈਜੇਸ਼ਨਸ is the most effective pathway to address the many changes of agriculture। ਦੇਖੋ ਇਹਨਾਂ ਦਾ ਗਰੁੱਪ ਕਿਉਂ ਬਣਾਇਆ ਜਾਂਦਾ ਹੈ, ਕਿਉਂਕਿ ਇੱਕ ਇਹ ਜਿਹੜੇ ਇਹਨਾਂ ਨੂੰ ਐਗਰੀਕਲਚਰ ਚੈਲੰਜਸ ਫੇਸ ਕਰਨੇ ਪੈਂਦੇ ਆ ਉਹਨਾਂ ਨੂੰ ਇਹ ਦੇਖ ਸਕਣ, ਹਨਾ, ਕੋਲੈਕਟਿਵਲੀ ਜਿਹੜਾ ਹੈ ਕਿ ਉਹਨਾਂ ਨੂੰ ਹੈਂਡਲ ਕਰ ਸਕਣ। ਬਟ ਮੋਸਟ ਇੰਪੋਰਟੈਂਟਲੀ ਇੰਪਰੂਵਡ ਅਸੈਸ ਟੂ ਇਨਵੈਸਟਮੈਂਟਸ, ਦੇਖੋ ਜ਼ਿਆਦਾ ਇੰਪਰੂਵਮੈਂਟ ਇਨਵੈਸਟਮੈਂਟ ਚ ਕਰਨ ਦੀ ਜ਼ਰੂਰਤ ਹੈ, ਟੈਕਨੋਲੋਜੀ ਇਨਪੁਟਸ ਵਧੀਆ ਹੋਣ, ਮਾਰਕੀਟਸ ਤੇ ਇਹਨਾਂ ਤੇ ਫੋਕਸ ਕਰਨ ਦੀ ਜ਼ਰੂਰਤ ਹੈ। ਜਿਹੜੇ FPOs ਹੈ ਮਤਲਬ ਫਾਰਮਰ ਹੈ, ਪ੍ਰੋਡਿਊਸਰ ਹੈਗੇ, ਆਰਗੇਨਾਈਜੇਸ਼ਨਸ ਆ ਗਈਆਂ ਇਹਨਾਂ ਦੀਆਂ, ਆਰ ਫਾਰਮਰਸ ਆਰਗੇਨਾਈਜੇਸ਼ਨ, ਇਹਨੂੰ ਕੀ ਬੋਲਦੇ ਆ, ਫਾਰਮਰ ਦੀ ਆਰਗੇਨਾਈਜੇਸ਼ਨ ਹੈ FPO। ਇਹ ਪ੍ਰਮੋਸ਼ਨ ਆਫ देयर ਕਾਮਨ ਇੰਟਰਸਟ, ਇਹ ਆਪਦਾ ਇੰਟਰਸਟ ਮਤਲਬ ਆਪਣੇ ਆਪ ਨੂੰ ਪ੍ਰਮੋਟ ਕਰਨ ਲਈ ਕਰਦੇ ਆ ਇਹ, ਵਿਦ ਅ ਲੌਂਗ ਟਰਮ ਪਲਾਨ, ਇੱਕ ਇਹਦੇ ਵਿੱਚ ਲੌਂਗ ਟਰਮ ਪਲਾਨ ਹੁੰਦਾ ਆਫ ਐਕਸ਼ਨ ਫॉर ਕਲੈਕਟਿਵ ਗਰੋਥ, ਮਤਲਬ ਇਹਨਾਂ ਦੇ ਤਾਂ ਹੀ ਗਰੁੱਪ ਬਣਿਆ ਹੁੰਦਾ ਨੇ, ਆਪਣੀ ਗਰੋਥ ਨੂੰ ਦੇਖਦੇ ਹੋਏ ਚੱਲਦੇ ਆ ਇਹਦੇ ਵਿੱਚ। ਦੇ ਆਰ ਰਿਕੁਆਇਰਡ ਟੂ ਬੀ ਰਜਿਸਟਰਡ, ਪਰ ਇਹਨਾਂ ਨੂੰ ਕੀ ਹੈ, ਇਹ ਜਿਹੜੀ FPOs ਹੁੰਦੀਆਂ ਫਾਰਮਰ ਪ੍ਰੋਡਿਊਸਰਸ ਆਰਗੇਨਾਈਜੇਸ਼ਨਸ ਹੈ, ਇਹਨਾਂ ਨੂੰ ਰਜਿਸਟਰ ਵੀ ਕਰਨਾ ਪੈਂਦਾ ਅੰਡਰ ਇੰਡੀਅਨ ਕੰਪਨੀ ਲਾਅ ਐਕਟ, ਮਤਲਬ ਇਹ ਆਇਆ ਸੀ 1956, ਠੀਕ ਹੈ, ਇਹ ਵਾਲਾ ਐਕਟ ਇਹਦੋਂ ਆਇਆ ਸੀਗਾ, ਇੰਡੀਅਨ ਕੰਪਨੀਜ਼ ਲਾਅ, ICL ਵੀ ਤੁਸੀਂ ਕਹਿ ਸਕਦੇ ਹੋ, ਠੀਕ ਹੈ। ਇਹਨਾਂ ਨੂੰ ਰਜਿਸਟਰ ਕਰਨਾ ਪੈਂਦਾ ਹੈ, ਇਹ ਤਾਂ ਹੀ ਆਪਣਾ ਗਰੁੱਪ ਜਿਹੜਾ ਆਰਗੇਨਾਈਜੇਸ਼ਨ ਬਣਾ ਸਕਦੇ ਆ। ਹਾਂਜੀ, ਨੈਕਸਟ ਇਹਨਾਂ ਦਾ ਆਪਾਂ ਦੇਖਣਾ ਬੇਸਿਕਸ ਕੀ ਹੈ, ਮਤਲਬ ਜਿਹੜੀਆਂ ਫਾਰਮਰ ਪ੍ਰੋਡਿਊਸਰਸ ਆਰਗੇਨਾਈਜੇਸ਼ਨਸ ਹੈ ਦੇ ਬੇਸਿਕਸ ਦੇਖਦੇ ਆ। ਇਟ ਇਜ਼ ਫਾਰਮਡ ਬਾਈ ਦ ਗਰੁੱਪ ਆਫ ਪ੍ਰੋਡਿਊਸਰਸ, ਇਹਦੇ ਵਿੱਚ ਜਿਹੜੇ ਹੁੰਦੇ ਆ ਮੇਨ ਆਰਗੇਨਾਈਜੇਸ਼ਨਸ ਦੇ ਵਿੱਚ ਪ੍ਰੋਡਿਊਸਰਸ ਹੀ ਇਹਦਾ ਪਾਰਟ ਹੁੰਦੇ ਫॉर ਐਂਟਾਇਰ ਫਾਰਮ ਐਂਡ ਨਾਨ ਫਾਰਮ, ਦੇਖੋ ਚਾਹੇ ਉਹ ਫਾਰਮਿੰਗ ਨਾਲ ਰਿਲੇਟਡ ਕੰਮ ਕਰ ਰਹੇ ਆ ਚਾਹੇ ਨਹੀਂ ਕਰ ਰਹੇ, ਹਨਾ, ਇਹ ਰਜਿਸਟਰਡ ਬੋਡੀ ਹੈ ਤੇ ਲੀਗਲ ਹੈਗੀ ਹੈ। ਪ੍ਰੋਡਿਊਸਰਸ ਆਰ ਸ਼ੇਅਰ ਹੋਲਡਰਸ, ਜਿਹੜੇ ਪ੍ਰੋਡਿਊਸਰਸ ਹੁੰਦੇ ਆ ਉਹ ਸ਼ੇਅਰ ਹੋਲਡਰਸ ਹੁੰਦੇ ਆ, ਮਤਲਬ ਮੰਨ ਲਓ ਜੇ ਉਹਨਾਂ ਦੀ ਆਰਗੇਨਾਈਜੇਸ਼ਨ ਹੈ ਇਹਦਾ ਮਤਲਬ ਇਟ ਮੀਨਸ ਉਹਨਾਂ ਦਾ ਸ਼ੇਅਰ ਵੀ ਹੋਏਗਾ, ਹਨਾ, ਆਰਗੇਨਾਈਜੇਸ਼ਨ ਦੇ ਵਿੱਚ ਇਹਨਾਂ ਦਾ ਆਪਣਾ ਸ਼ੇਅਰ ਹੋਲਡਰ ਹੁੰਦਾ ਹੈ। it deals with business activities ਦੇਖਦੇ ਆ related to primary produce, ਹੈ ਨਾ, ਪ੍ਰਾਇਮਰੀ ਪ੍ਰੋਡਕਸ਼ਨ ਦੇਖਦੇ ਆ, ਮਤਲਬ ਉਹੀ ਹੈ ਜੋ ਐਗਰੀਕਲਚਰ ਤੋਂ ਰॉ ਮਟੀਰੀਅਲ ਆਉਂਦਾ ਹੈ, ਠੀਕ ਹੈ। it works for the benefit of member producers, ਠੀਕ ਹੈ, ਇਹ ਮਤਲਬ ਇਹਨਾਂ ਵਿੱਚ ਜੋ ਵੀ ਬੈਨੀਫਿਟ ਹੁੰਦਾ ਹੈ, ਠੀਕ ਹੈ, ਉਹਦੇ ਲਈ ਇਹ ਕੰਮ ਕਰਦੇ ਆ। ਪਾਰਟ ਆਫ ਪ੍ਰੋਫਿਟ ਇਹਨਾਂ ਦਾ ਜਿਹੜਾ ਸ਼ੇਅਰ ਕੀਤਾ ਜਾਂਦਾ ਹੈ, ਹਨਾ, ਬਾਕੀ ਜੋ ਹੋਰ ਇਹਨਾਂ ਨੂੰ ਸਰਪਲਸ ਐਡ ਹੁੰਦਾ ਹੈ ਨਾ ਉਹ ਵੀ ਇਹਨਾਂ ਦੇ ਫੰਡ ਚ ਐਡ ਹੋ ਜਾਂਦਾ ਹੈ, ਮਤਲਬ ਇਦਾਂ ਹੀ ਹੈ ਕਿ ਆਪਣੇ ਆਪ ਨੂੰ ਆਪਣਾ ਬਿਜ਼ਨਸ ਕੀ ਹੈ ਐਕਸਪੈਂਡ ਕਰਦੇ ਆ। ਨੈਕਸਟ ਆ ਬਹੁਤ ਇੰਪੋਰਟੈਂਟ ਚੀਜ਼ ਹੈ WTO, ਠੀਕ ਹੈ ਨਾ, ਇਹਦੀ ਫੁੱਲ ਫਾਰਮ ਪਤਾ ਹੋਣੀ ਚਾਹੀਦੀ ਹੈ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੈ ਆਪਣੀ, ਇੱਕ ਆਪਣੀ ਹੈਲਥ ਵਾਲੀ ਵੀ ਹੈ, ਜਿਵੇਂ ਕੋਵਿਡ ਚੱਲ ਰਿਹਾ ਉਹਨੂੰ ਸਾਰਾ ਕੁਝ ਕੌਣ ਦੇਖਦੀ ਹੈ ਆਪਣੇ ਪੂਰੇ ਵਰਲਡ ਦੇ ਵਿੱਚ, ਵਰਲਡ ਹੈਲਥ ਆਰਗੇਨਾਈਜੇਸ਼ਨ, ਠੀਕ ਹੈ, ਉਵੇਂ ਟ੍ਰੇਡ ਨੂੰ ਦੇਖਦੀ ਹੈ ਵਰਲਡ ਟ੍ਰੇਡ ਆਰਗੇਨਾਈਜੇਸ਼ਨ।
is the only global international, देखो international organization है dealing with the rules of trade between nations। अलग अलग देशों ਦੇ ਵਿੱਚ जो भी ਵਪਾਰ ਹੁੰਦਾ ਉਹਨਾਂ ਦੇ ਸਾਰੇ rules ਇਹ ਦੇਖਦੀ ਹੈ। As its heart are the WHO agreements negotiated and signed by the bulk of the world's trading nations and ratified in their parliaments। देखो जो भी एग्रीमेंट्स होंगे वो ये द्वारा ही किए जाते हैं। मतलब की है जो नैगोशिएशन जो डिस्कशंस होंगी है, ठीक है, वो सारिया की है जेडे भी ट्रेड नाल रिलेटेड है वो सारे की है ये अकॉर्डिंग ही चलते हैं। वर्ल्ड ट्रेड ऑर्गेनाइजेशन देखो इनका गोल तो पता होना चाहिए इज टू एंश्योर दैट ट्रेड फ्लोज एज स्मूथली प्रडिक्टेबली एंड फ्रीली एज पॉसिबल। देखो ट्रेड तो वधिया चल रहा है, गोल ਇਹਦਾ ही है, इन्हें सारा मतलब मॉनिटर करना है। इट वाज कंस्टिट्यूटेड, देखो ये बनी कदों सी जुलाई 1 जनवरी, ठीक है, जो अपना नवा साल चढ़ता है 1995 ਦੇ ਵਿੱਚ। इट्स प्रीकर्सर वाज GATT, GATT देखो की है जनरल एग्रीमेंट ऑन ट्रेड एंड टैरिफ। ये भी किसी का एक तो एग्रीमेंट ही है GATT, विच वाज डिसॉल्व्ड आफ्टर इट केम इनटू बीइंग। बाद च इहनूं की है डिसॉल्व कर दिता गया सीगा। देखो नेक्स्ट अपना आ गया RRBs, मतलब रीजनल रूरल बैंक। ये भी अपने एग्रीकल्चर दे नाल ही कनेक्टेड ने, इनकी फुल फॉर्म जरूर कर लेना। कमेटी ऑन रूरल बैंक दी जड़ी एदी कमेटी बनी हुई है, इनू हैड कौन कर रहा है? हैड कौन है ਇਹਦਾ M नरसिम्हा, ठीक है ना। ये बने मतलब बनी होएगी ये दो बनया होएगा 1975 ਦੇ ਵਿੱਚ, ठीक है। The RRBs came into existence ਇਹ ਹੋਂਦ ਵਿੱਚ ਕਦੋਂ ਆਏ ਸੀਗੇ? as a result of measures taken under the 20 point economic program। देखो 20 point कोई economic program होया सीगा 1975 ਵਿੱਚ ਦੇ ਹੋਇਆ ਸੀਗਾ, मतलब इनू एग्जिस्टेंस च लियांदा गया सी मिसेस इंदिरा गांधी द्वारा, ठीक है। ये तुसी पॉइंट याद रखना है, ठीक है। कदों एग्जिस्टेंस च लियांदा गया सी 1975। देयर वर 3 RRBs। देखो पंजाब दे विच जेडे रीजनल रूरल बैंक सीगे 3 सीगे, बट जेड़ा ग्रामीण मालवा ग्रामीण बैंक सीगा, सतलुज ग्रामीण बैंक सीगा, हैव बीन मर्ज्ड। उन्होंने पंजाब ग्रामीण बैंक जेडे हुण आपां नाम सुनते हैं उहदे विच मर्ज करता सी, इन्हां दोनां तो मिलके बनिया सी। ये भी तुहाडा एक इंपॉर्टेंट पॉइंट है, इन्हूं ध्यान च रखना है। RRBs मेनली फोकस्ड ऑन एक क्रेडिट ते काम करदा एंड अदर फैसिलिटीज। देखो इहदा फायदा किनू है? टू स्मॉल एंड मार्जिनल जेडे छोटे मोटे किसान्स ने, एग्रीकल्चर लेबरर्स ने, आर्टिसनस हो गए या स्मॉल एंटरप्रेन्योर छोटा मोटा काम करते ने, मान लो विलेजेस दे विच छोटा मोटा उन्हां दा काम चलदा हैगा, ठीक है, उन्हां दी इह की है हैल्प करदे ने। हाँ जी, अज आप इत्थों तक ही करना है। नेक्स्ट जे चाहते हो मैं नेक्स्ट वीडियोज होर लैके आवां एग्रीकल्चर ते, तो तुसी इस चैनल नूं की है लाइक सबसक्राइब ते शेयर कर दो वध तो वध जिन्ना कर सकते हो, ठीक है। एंड सब तो पहला मैं तुहानूं एग्रीकल्चर करवाऊंगी ते इहदे नाल मतलब मैं स्टार्ट करांगी करंट अफेयर, ठीक है ना। करंट अफेयर आपां करांगे सब तो पहला अप्रैल दे कंप्लीट करांगे, मंथ वाइज करांगे। मंथ वाइज मैं करंट अफेयर लैके आऊंगी। जो अप्रैल दे कंप्लीट हो गए फिर उस तो बाद आपां मई दे स्टार्ट कर लांगे करंट अफेयर। जो मई मंथ दे कंप्लीट हो गए ऐदा मंथ वाइज करांगे, ठीक है। थैंक यू। तुसी इस नूं वध तो वध चैनल नूं की है शेयर कर दो।